ਹੈਲੋ ਫਰੈਂਡਸ, ਵੈਲਕਮ ਟੂ ਹਾਈਫਾਈ ਜੀਕੇ ਗੁਰੂ ਜੀ। ਜਿਵੇਂ ਕਿ ਤੁਹਾਨੂੰ ਪਤਾ ਹੀ ਆ, ਆਪਾਂ ਪਹਿਲਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਜਿਹੜੀ 6th ਕਲਾਸ ਦੀ ਜਿਓਗ੍ਰਾਫੀ ਸੀ, ਉਹਦੇ ਕੀ ਸੀ ਆਪਾਂ 4 ਲੈਸਨਾਂ ਦਾ ਕੁਐਸਚਨ ਸੀਰੀਜ਼ ਰਾਹੀਂ ਅਧਿਐਨ ਕਰ ਚੁੱਕੇ ਹਾਂ। ਜੇ ਤੁਸੀਂ ਨਹੀਂ ਦੇਖੇ ਤਾਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਉਹਦਾ ਲਿੰਕ ਦਿੱਤਾ ਹੋਇਆ, ਤੁਸੀਂ ਜਾ ਕੇ ਉਹ ਚਾਰੇ ਲੈਸਨ ਵੀ ਦੇਖ ਸਕਦੇ ਹੋ। ਅੱਜ ਦੀ ਕਲਾਸ ਵਿੱਚ ਆਪਾਂ ਉਸੇ ਟੌਪਿਕ ਨੂੰ ਅੱਗੇ ਵਧਾਉਂਦੇ ਹੋਏ ਜਿਓਗ੍ਰਾਫੀ ਦਾ ਜਿਹੜਾ ਨੈਕਸਟ ਲੈਸਨ ਹੈ, ਜਿਹਦਾ ਨਾਮ ਹੈਗਾ ਧਰਤੀ ਦੇ ਪਰਿਮੰਡਲ, ਜਿਹੜਾ ਕਿ 5ਵਾਂ ਲੈਸਨ ਹੈ। ਇਸ ਦੇ ਆਪਾਂ 150 ਪਲੱਸ ਕੁਐਸਚਨਾਂ ਦਾ ਅਧਿਐਨ ਕਰਾਂਗੇ। ਤਾਂ ਚਲੋ ਅੱਜ ਦੀ ਕਲਾਸ ਜਿਹੜੀ ਸ਼ੁਰੂ ਕਰਦੇ ਹਾਂ। ਸਾਡੇ ਸੌਰ ਮੰਡਲ ਵਿੱਚ ਕਿਹੜੇ ਗ੍ਰਹਿ ਉੱਤੇ ਜੀਵਨ ਸੰਭਵ ਹੋ ਸਕਿਆ ਹੈ? ਉਹ ਹੈ ਧਰਤੀ। ਧਰਤੀ ਦੇ ਕਿਹੜੇ 3 ਪਰਿਮੰਡਲ ਹਨ ਜਿਹੜੇ ਜਿਉਣ ਲਈ ਸਹਾਈ ਹੁੰਦੇ ਆ? ਧਰਤੀ, ਪਾਣੀ ਤੇ ਹਵਾ। ਧਰਤੀ ਦੀ ਸਤਹ ਦਾ ਕਿੰਨੇ ਪ੍ਰਤੀਸ਼ਤ ਹਿੱਸਾ ਪਾਣੀ ਨਾਲ ਢਕਿਆ ਹੋਇਆ ਹੈ? 71%। ਧਰਤੀ ਦੀ ਸਤਹ ਦੇ 71% ਪਾਣੀ ਨਾਲ ਢਕੇ ਹੋਏ ਹਿੱਸੇ ਨੂੰ ਕੀ ਆਖਦੇ ਆ? ਜਲ ਮੰਡਲ। ਜਿਹੜਾ ਇਹ 71% ਪਾਣੀ ਨਾਲ ਢਕਿਆ ਹੋਇਆ ਹਿੱਸਾ ਹੈ, ਇਹਦੇ ਵਿੱਚ ਕੀ ਕੀ ਹੈ? ਸਮੁੰਦਰਾਂ ਦਾ ਵੀ ਹੈ, ਝੀਲਾਂ ਦਾ ਵੀ ਹੈ, ਤਲਾਬਾਂ ਦਾ ਵੀ ਹੈ, ਦਰਿਆਵਾਂ ਦਾ ਪਾਣੀ ਹੈ। ਜਿਹੜਾ ਇਹ ਸਾਰਾ ਪਾਣੀ ਮਿਲਾ ਕੇ ਕਿੰਨਾ ਬਣਦਾ ਹੈ? 71% ਬਣਦਾ ਹੈ। ਅੱਗੇ ਦੇਖਦੇ ਹਾਂ, ਧਰਤੀ ਦਾ ਕਿੰਨੇ ਪ੍ਰਤੀਸ਼ਤ ਹਿੱਸਾ ਠੋਸ ਹੈ, ਜਿਸ ਨੂੰ ਥਲ ਮੰਡਲ ਆਖਦੇ ਆ? 29%। ਅੱਗੇ ਹੈ ਵਾਯੂਮੰਡਲ ਤੋਂ ਕੀ ਭਾਵ ਹੈ? ਹਵਾ ਜਿਸ ਨੇ ਧਰਤੀ ਨੂੰ ਚਫੇਰਿਓਂ ਲਪੇਟਿਆ ਹੋਇਆ ਹੈ, ਉਸ ਨੂੰ ਵਾਯੂਮੰਡਲ ਆਖਦੇ ਆ। ਅੱਗੇ ਦੇਖਦੇ ਹਾਂ, ਥਲ ਮੰਡਲ ਤੋਂ ਕੀ ਭਾਵ ਹੈ? ਸਖਤ ਪੱਥਰ ਤੋਂ ਬਣੀ ਧਰਤੀ ਦੀ ਸਖਤ ਸਤਹ ਨੂੰ ਕੀ ਆਖਦੇ ਆ? ਥਲ ਮੰਡਲ ਆਖਦੇ ਆ। ਧਰਤੀ ਦੇ ਥਲ ਰੂਪ ਪਰਬਤ, ਪਠਾਰ, ਡੂੰਘੀਆਂ ਘਾਟੀਆਂ, ਮੈਦਾਨਾਂ ਦੀ ਉਚਾਈ ਕਿਸ ਤੋਂ ਨਾਪੀ ਜਾਂਦੀ ਹੈ? ਇਹ ਨਾਪੀ ਜਾਂਦੀ ਹੈ ਸਮੁੰਦਰ ਦੀ ਸਤਹ ਤੋਂ। ਅੱਗੇ ਸੰਸਾਰ ਦੀ ਸਭ ਤੋਂ ਉੱਚੀ ਚੋਟੀ ਦਾ ਕੀ ਨਾਂ ਹੈ? ਉਹ ਹੈ ਮਾਊਂਟ ਐਵਰੈਸਟ। ਮਾਊਂਟ ਐਵਰੈਸਟ ਦੀ ਉਚਾਈ ਕਿੰਨੀ ਹੈ? 8848 ਮੀਟਰ, ਜਿਹੜੀ ਕਿ ਸਮੁੰਦਰ ਦੀ ਸਤਹ ਤੋਂ ਨਾਪੀ ਜਾਂਦੀ ਹੈ। ਸੰਸਾਰ ਦੀ ਸਭ ਤੋਂ ਨੀਵੀਂ ਖਾਈ ਕਿਹੜੀ ਹੈ? ਮਰੀਨਾ ਖਾਈ। ਮਰੀਨਾ ਖਾਈ ਕਿੰਨੀ ਡੂੰਘੀ ਹੈ? 10,911 ਮੀਟਰ, ਜਿਹੜੀ ਇਹਦੀ ਗਹਿਰਾਈ ਹੈ ਕਿ ਤੋਂ ਨਾਪੀ ਗਈ ਹੈ? ਇਹ ਵੀ ਸਮੁੰਦਰ ਦੀ ਸਤਹ ਤੋਂ ਨਾਪੀ ਗਈ ਇਹਦੀ ਗਹਿਰਾਈ। ਅੱਗੇ ਹੈ ਥਲ ਮੰਡਲ ਦੇ 3 ਰੂਪ ਕਿਹੜੇ ਕਿਹੜੇ ਹਨ? ਪਹਾੜ, ਪਠਾਰ ਤੇ ਮੈਦਾਨ। ਪਹਾੜ ਤੋਂ ਕੀ ਭਾਵ ਹੈ? ਉਹ ਥਲ ਰੂਪ ਜੋ ਆਪਣੇ ਆਲੇ ਦੁਆਲੇ ਦੇ ਸਥਲ ਤੋਂ ਉੱਚੇ, ਵੱਖੀਆਂ ਤੋਂ ਢਲਾਨਦਰ ਤੇ ਉੱਪਰਲੇ ਸਿਰਿਆਂ ਤੋਂ ਤਿਕੋਨੇ ਹੁੰਦੇ ਆ। ਕਿ ਇਹਨਾਂ ਦੀ ਜਿਹੜੀ ਆਕਰਤੀ ਕਿਸ ਤਰੀਕੇ ਦੀ ਹੁੰਦੀ ਆ? ਵੱਖੀਆਂ ਤੋਂ ਢਲਾਨਦਾਰ ਤੇ ਉੱਪਰੋਂ ਤਿਕੋਨੇ ਹੁੰਦੇ ਆ। ਕਿ ਇਸ ਤਰੀਕੇ ਦੀ ਇਹਨਾਂ ਦੀ ਆਕਰਤੀ ਹੁੰਦੀ ਆ। ਆਸ-ਪਾਸ ਦੇ ਜਿਹੜਾ ਆਲੇ ਦੁਆਲੇ ਦਾ ਖੇਤਰ ਹੈ, ਇਹਦੇ ਤੋਂ ਕੀ ਹੁੰਦੇ? ਇਹ ਉੱਚੇ ਹੁੰਦੇ ਆ। ਪਰਬਤ ਸ਼੍ਰੇਣੀ ਜਾਂ ਪਰਬਤ ਲੜੀ ਤੋਂ ਕੀ ਭਾਵ ਹੈ? ਪਹਾੜਾਂ ਦੇ ਇੱਕ ਲੜੀ ਦੇ ਰੂਪ ਵਿੱਚ ਇਕੱਠ ਨੂੰ ਕੀ ਆਖਦੇ ਆ? ਪਰਬਤ ਸ਼੍ਰੇਣੀ ਜਾਂ ਪਰਬਤ ਲੜੀ ਆਖਦੇ ਆ। ਅੱਗੇ ਦੇਖਦੇ ਹਾਂ, ਸੰਸਾਰ ਦੀਆਂ ਪ੍ਰਸਿੱਧ ਪਰਬਤ ਸ਼੍ਰੇਣੀਆਂ: ਰੌਕੀ ਪਰਬਤ ਸ਼੍ਰੇਣੀ, ਐਂਡੀਜ਼ ਪਰਬਤ ਸ਼੍ਰੇਣੀ, ਹਿਮਾਲਿਆ ਪਰਬਤ ਸ਼੍ਰੇਣੀ, ਐਟਲਸ ਪਰਬਤ ਸ਼੍ਰੇਣੀ, ਐਲਪਸ ਪਰਬਤ ਸ਼੍ਰੇਣੀ, ਮਹਾਨ ਵਿਭਾਜਨ ਸ਼੍ਰੇਣੀ ਆਦਿ ਕਿਹੜੀਆਂ ਚਟਾਨਾਂ ਦੀਆਂ ਬਣੀਆਂ ਹਨ? ਇਹ ਬਣੀਆਂ ਸਾਰੀਆਂ ਤੈਅਦਾਰ ਚਟਾਨਾਂ ਦੀਆਂ। ਅੱਗੇ ਦੇਖਦੇ ਹਾਂ, ਰੌਕੀ ਪਰਬਤ ਸ਼੍ਰੇਣੀ ਕਿਹੜੇ ਮਹਾਂਦੀਪ ਵਿੱਚ ਸਥਿਤ ਹੈ? ਇਹ ਹੈਗੀ ਆ ਉੱਤਰੀ ਅਮਰੀਕਾ। ਐਂਡੀਜ਼ ਪਰਬਤ ਸ਼੍ਰੇਣੀ ਕਿਹੜੇ ਮਹਾਂਦੀਪ ਵਿੱਚ ਸਥਿਤ ਹੈ? ਇਹ ਹੈਗੀ ਆ ਦੱਖਣੀ ਅਮਰੀਕਾ ਵਿੱਚ। ਅੱਗੇ ਹਿਮਾਲਿਆ ਪਰਬਤ ਸ਼੍ਰੇਣੀ ਕਿਹੜੇ ਮਹਾਂਦੀਪ ਵਿੱਚ ਸਥਿਤ ਹੈ? ਏਸ਼ੀਆ ਮਹਾਂਦੀਪ ਵਿੱਚ। ਅੱਗੇ ਹੈ ਐਟਲਸ ਪਰਬਤ ਸ਼੍ਰੇਣੀ ਕਿਹੜੇ ਮਹਾਂਦੀਪ ਵਿੱਚ ਸਥਿਤ ਹੈ? ਅਫਰੀਕਾ ਮਹਾਂਦੀਪ ਵਿੱਚ। ਅੱਗੇ ਦੇਖਦੇ ਹਾਂ, ਐਲਪਸ ਪਰਬਤ ਸ਼੍ਰੇਣੀ ਕਿਹੜੇ ਮਹਾਂਦੀਪ ਵਿੱਚ ਸਥਿਤ ਹੈ? ਯੂਰਪ। ਮਹਾਨ ਵਿਭਾਜਨ ਸ਼੍ਰੇਣੀ ਕਿਹੜੇ ਮਹਾਂਦੀਪ ਵਿੱਚ ਸਥਿਤ ਹੈ? ਆਸਟ੍ਰੇਲੀਆ। ਅੱਗੇ ਹੈ ਪਠਾਰ ਤੋਂ ਕੀ ਭਾਵ ਹੈ? ਪਠਾਰ ਆਪਣੇ ਆਲੇ ਦੁਆਲੇ ਦੇ ਖੇਤਰ ਤੋਂ ਇੱਕਦਮ ਉੱਚੇ ਅਤੇ ਪੱਧਰੇ ਸਿਖਰਾਂ ਵਾਲੇ ਹੁੰਦੇ ਹਨ। ਅੱਗੇ ਦੇਖਦੇ ਹਾਂ, ਮੇਜ਼ ਭੂ ਰੂਪ ਕਿਸ ਨੂੰ ਆਖਦੇ ਹਨ? ਪਠਾਰ ਨੂੰ। ਕਿ ਜਿਹੜਾ ਇਹਨਾਂ ਦਾ ਪਠਾਰਾਂ ਦਾ ਆਕਾਰ ਹੈ ਉਹ ਇਸ ਤਰੀਕੇ ਦਾ ਹੁੰਦਾ ਹੈ ਕਿ ਆਪਣੇ ਆਲੇ ਦੁਆਲੇ ਦੇ ਖੇਤਰ ਤੋਂ ਉੱਚੇ, ਅਤੇ ਜਿਹੜੇ ਇਹਨਾਂ ਦੇ ਸਿਖਰ ਹੁੰਦੇ ਆ ਉਹ ਹੁੰਦੇ ਆ ਪੱਧਰੇ ਸਿਖਰ ਹੁੰਦੇ ਆ। ਕਿ ਜਿਹੜੇ ਸਿਖਰ ਹੈ ਇਹਨਾਂ ਦੇ ਪੱਧਰੇ ਹੁੰਦੇ ਆ। ਇਹਨਾਂ ਨੂੰ ਹੋਰ ਕਿਹੜੇ ਨਾਮ ਨਾਲ ਕਹਿੰਦੇ ਆ? ਇਹਨਾਂ ਨੂੰ ਮੇਜ਼ ਭੂ ਰੂਪ ਵੀ ਆਖਿਆ ਜਾਂਦਾ ਹੈ। ਸੰਸਾਰ ਦੀਆਂ ਕੁਝ ਮਹੱਤਵਪੂਰਨ ਪਠਾਰਾਂ ਦੇ ਨਾਂ ਦੱਸੋ? ਦੱਖਣ ਦੀ ਪਠਾਰ, ਅਪਲੇਸ਼ੀਅਨ ਪਠਾਰ, ਮੱਧ ਅਫਰੀਕਾ ਦੀ ਪਠਾਰ ਅਤੇ ਤਿੱਬਤ ਦੀ ਪਠਾਰ। ਭਾਰਤ ਵਿੱਚ ਕਿਹੜੀ ਮਹੱਤਵਪੂਰਨ ਪਠਾਰ ਸਥਿਤ ਹੈ? ਉਹ ਹੈਗੀ ਆ ਦੱਖਣ ਦੀ ਪਠਾਰ। ਅਪਲੇਸ਼ੀਅਨ ਪਠਾਰ ਕਿਹੜੇ ਮਹਾਂਦੀਪ ਵਿੱਚ ਸਥਿਤ ਹੈ? ਉੱਤਰੀ ਅਮਰੀਕਾ ਮਹਾਂਦੀਪ ਵਿੱਚ। ਅੱਗੇ ਹੈ ਮੈਦਾਨ ਤੋਂ ਕੀ ਭਾਵ ਹੈ?
मैदान धरत के पद्धरे विस्तार हैं, समुद्र तल तो ज़्यादा उच्चे नहीं होंदे। अगे देखते हैं मैदानों का निर्माण किवें हुंदा है। वधेरे करके मैदान पहाड़ों तो दरियावां द्वारा लिआंदी गई मिट्टी के जमा होने करके बनते हैं। अगे देखते हैं सब तो ज़्यादा संघनी आबादी किहड़े भूरूप में पाई जाती है? मैदानों में। मैदानों में संघनी आबादी क्यों पाई जाती है? क्योंकि ये बहुत उपजाऊ होंदे हैं। इत्थे आवाजाही लई सड़कां ते रेल पटड़ियां बनाउणियां बहुत आसान होंदियां हैं। किहदे करके की है जिहड़ी आबादी मैदानों में संघनी पाई जाती है। किहड़े भूरूप में बहुत सारियां सभ्यतावां पनपियां? मैदानों में। अगे है किहड़े अर्धगोले में जल भाग नालों धरत भाग ज़्यादा है? यह हैगा उत्तरी अर्धगोले में। महादीप तो की भाव है? वो वड्डे वड्डे धरत टुकड़े हैं जिहड़े महासागरां ते सागरां राहीं अलग हुंदे हैं। अगे है टापू या दीप तो की भाव है? एक छोटा धरत टुकड़ा जो कि चफेरियों पानी नाल घिरिया हुंदा है। की कहंदे उहनूं? टापू या दीप आखदे हन। अगे है धरती ते कुल किन्ने महादीप हैं? धरती ते 7 महादीप है। अगे धरती ते किहड़े किहड़े 7 महादीप हैं? एशिया महादीप, अफ्रीका महादीप, उत्तरी अमरीका महादीप, दक्षिणी अमरीका महादीप, अंटार्कटिका महादीप, यूरोप महादीप ते आस्ट्रेलिया महादीप। ये जिहड़ा सब तो वड्डा महादीप है वो है एशिया, ते जिहड़ा सब तो छोटा है आस्ट्रेलिया महादीप। इन्हों इन्हां दे खेत्रफल के क्रम के हिसाब नाल लिखिया होया है कि 2 नंबर ते जिहड़ा वड्डा महादीप है वो है अफ्रीका महादीप, 3 नंबर का जिहड़ा वड्डा महादीप है उत्तरी अमरीका महादीप। इस तरीके नाल जिहड़े हैगे सारे महादीप लिखे हुए हैं। अगे है महादीपां दी की महत्ता है? खेतीबाड़ी अते पौधे लगाउण, वडमुल्ले खनिज पदार्थ, मनुखी क्रियावां लई ये थल मंडल आधार है तो मनुख अते जीव जंतुओं लई थल मंडल आवास प्रदान करता है। यह है इन्हां दी महत्ता। अगे है भूमध्य रेखा के उत्तर में किहड़े किहड़े महादीप हैं? एशिया महादीप, यूरोप महादीप ते उत्तरी अमरीका महादीप। यह है अपना ग्लोब जिहदे विच की है जिहड़ी विचाल दी रेखा गुजरती है उहनूं कहंदे आ भूमध्य रेखा या 0 डिग्री। इन्हां ने की किया कि उत्तर की इस दिशा वाल कि किहड़े किहड़े महादीप है? एशिया महादीप है, यूरोप महादीप है ते उत्तरी अमरीका महादीप है जिहड़े कि उत्तरी अर्धगोले विच आउंदे है। अगे है किहड़े 2 महादीप इक्को ही धरती टुकड़े नाल संबंधित हैं? एशिया महादीप ते यूरोप महादीप। अगे है किहड़े 2 महादीप सागर द्वारा वखरे नहीं होए? एशिया महादीप ते यूरोप महादीप। अगे है एशिया महादीप ते यूरोप महादीप नूं किहड़ी पर्वतमाला अलग करती है? वो करती है यूराल पर्वतमाला। अगे है यूरोप अते एशिया दोहां नूं इकट्ठिਆਂ नूं की आखदे है? इन्हां नूं आखदे है यूरेशिया। भारत किहड़े महादीप विच स्थित है? एशिया महादीप विच। सब तो वड्डा महादीप किहड़ा है? एशिया महादीप। अगे है किहड़ी रेखा एशिया महादीप के विचालों लंघदी है? कर्क रेखा। किहड़े 2 महादीप दक्षिणी अते उत्तरी दोहां अर्धगोलिਆਂ विच स्थित हैं? वह है अफ्रीका अते दक्षिणी अमरीका महादीप। अगे संसार का दूसरे नंबर का वड्डा महादीप किहड़ा है? अफ्रीका महादीप। अगे है अफ्रीका महादीप यूरोप महादीप नालों किहड़े महासागर द्वारा अलग होंदा है? ये हुंदा है रोम सागर नाल। किहड़ा जिहड़ा अफ्रीका महादीप है तो यूरोप महादीप नूं कौन अलग करता है? रोम सागर अलग करता है। अगे है अफ्रीका महादीप एशिया महादीप नालों किहड़े महासागर द्वारा अलग हुंदा है? लाल सागर द्वारा। हुण की आ इहदे विच किहा गया कि जिहड़ा अफ्रीका महादीप नूं एशिया महादीप नालों वख कौन करता है? लाल सागर। इस तो अगे है भूमध्य रेखा, कर्क रेखा, मकर रेखा। तीनों ही रेखावां किहड़े महादीप विचों लंघदियां हन? वो हैगा अफ्रीका महादीप जिहदे विचों तीनों ही रेखावां लंघदियां हन। अगे है उत्तरी अमरीका किहड़े अर्धगोले विच स्थित है? उत्तरी अर्धगोले विच। जिवें कि नाम तो पता लगदा है कि उत्तरी अमरीका उत्तरी अर्धगोले विच। अगे है किहड़ी स्ट्रेट या जल संधि उत्तरी अमरीका महादीप नूं एशिया महादीप नालों वख करती है? वह है बैरिंग स्ट्रेट या बैरिंग जल संधि। खेत्रफल पक्षों संसार का सब तो वड्डा दूसरे नंबर का देश किहड़ा है? कनेडा। पहले नंबर की गल करिए तो है रूस। अगे है खेत्रफल पक्षों संसार का सब तो वड्डा चौथे नंबर का देश किहड़ा है? संयुक्त राज्य अमेरिका USA। अगे है दक्षिणी अमरीका किहड़े अर्धगोले विच स्थित है?
ਦੱਖਣੀ ਅਰਧ-ਗੋਲੇ ਵਿੱਚ। ਜਿਵੇਂ ਕਿ ਨਾਮ ਤੋਂ ਹੀ ਪਤਾ ਲੱਗਦਾ ਦੱਖਣੀ ਅਮਰੀਕਾ ਦੱਖਣੀ ਅਰਧ-ਗੋਲੇ ਵਿੱਚ। ਕਿਹੜਾ ਮਹਾਦੀਪ ਉੱਤਰ ਦਿਸ਼ਾ ਨੂੰ ਛੱਡ ਕੇ ਲਗਭਗ ਸਾਰਾ ਮਹਾਸਾਗਰ ਦੁਆਰਾ ਘਿਰਿਆ ਹੋਇਆ ਹੈ? ਉਹ ਹੈ ਦੱਖਣੀ ਅਮਰੀਕਾ ਮਹਾਦੀਪ। ਅੱਗੇ ਦੇਖਦੇ ਹਾਂ, ਕਿਹੜੇ ਜਲ ਮਾਰਗ ਦੁਆਰਾ ਦੱਖਣੀ ਅਮਰੀਕਾ ਉੱਤਰੀ ਅਮਰੀਕਾ ਮਹਾਦੀਪ ਨਾਲੋਂ ਜੁੜਿਆ ਹੋਇਆ ਹੈ? ਇਹ ਹੈ ਪਨਾਮਾ ਜਲ ਮਾਰਗ ਨਾਲ। ਕੀ ਆ? ਉੱਤਰੀ ਅਮਰੀਕਾ ਦੱਖਣੀ ਅਮਰੀਕਾ ਨਾਲ ਜੁੜਿਆ ਹੋਇਆ ਹੈ। ਦੱਖਣੀ ਧਰੁਵ ਕਿਹੜੇ ਮਹਾਦੀਪ ਨਾਲ ਘਿਰਿਆ ਹੋਇਆ ਹੈ? ਅੰਟਾਰਕਟਿਕ ਮਹਾਦੀਪ ਨਾਲ। ਅੱਗੇ ਹੈ, ਕਿਹੜਾ ਮਹਾਦੀਪ ਸਾਰਾ ਸਾਲ ਬਰਫ਼ ਨਾਲ ਘਿਰਿਆ ਹੋਇਆ ਰਹਿੰਦਾ ਹੈ? ਉਹ ਹੈਗਾ ਅੰਟਾਰਕਟਿਕ ਮਹਾਦੀਪ। ਅੱਗੇ ਹੈ, ਕਿਹੜੇ ਮਹਾਦੀਪ ਨੂੰ ਚਿੱਟਾ ਮਹਾਦੀਪ ਵੀ ਕਹਿੰਦੇ ਹਨ? ਅੰਟਾਰਕਟਿਕ ਮਹਾਦੀਪ ਨੂੰ। ਅੱਗੇ ਹੈ, ਕਿਹੜੇ ਮਹਾਦੀਪ ਨੂੰ ਵਿਪਰੀਤ ਜਲਵਾਯੂ ਹਾਲਾਤਾਂ ਹੋਣ ਕਰਕੇ ਜੀਵਨ ਸੰਭਵ ਨਹੀਂ ਹੋ ਸਕਿਆ? ਉਹ ਹੈਗਾ ਅੰਟਾਰਕਟਿਕ ਮਹਾਦੀਪ, ਜਿਹਦੇ ਉੱਤੇ ਕੀ ਵਿਪਰੀਤ ਜਲਵਾਯੂ ਹਾਲਾਤਾਂ ਹੋਣ ਕਰਕੇ ਜਿਹੜਾ ਜੀਵਨ ਆ ਉਹ ਉੱਥੇ ਸੰਭਵ ਨਹੀਂ ਹੋ ਸਕਿਆ। ਅੱਗੇ ਹੈ, ਭਾਰਤ ਦਾ ਕਿਹੜਾ ਇੱਕ ਆਧੁਨਿਕ ਖੋਜ ਕੇਂਦਰ ਅੰਟਾਰਕਟਿਕ ਮਹਾਦੀਪ ਵਿੱਚ ਸਥਿਤ ਹੈ? ਉਹ ਹੈਗਾ ਮੈਤਰੀ। ਕਿਹੜਾ ਮਹਾਦੀਪ ਛੋਟਾ ਹੈ ਪਰ ਇਸ ਵਿੱਚ ਦੇਸ਼ ਬਹੁਤ ਸ਼ਾਮਲ ਹਨ? ਉਹ ਹੈ ਯੂਰਪ। ਜਿਹੜਾ ਕੀ ਆ ਖੇਤਰਫਲ ਪੱਖੋਂ ਛੋਟਾ ਹੈ ਅਤੇ ਇਹਦੇ ਵਿੱਚ ਦੇਸ਼ਾਂ ਦੀ ਗਿਣਤੀ ਦੀ ਗੱਲ ਕਰੀ ਤਾਂ ਬਹੁਤ ਜ਼ਿਆਦਾ ਹੈ। ਕਿਹੜੇ ਮਹਾਦੀਪ ਵਿੱਚ ਸੰਸਾਰ ਦਾ ਸਭ ਤੋਂ ਵੱਡਾ ਅਤੇ ਛੋਟਾ ਦੇਸ਼ ਸ਼ਾਮਲ ਹੈ? ਉਹ ਹੈ ਯੂਰਪ। ਵੱਡਾ ਦੇਸ਼ ਦੀ ਗੱਲ ਕਰੀਏ ਉਹ ਹੈ ਰੂਸ ਅਤੇ ਛੋਟਾ ਦੇਸ਼ ਵੈਟੀਕਨ ਸਿਟੀ। ਖੇਤਰਫਲ ਪੱਖੋਂ ਸੰਸਾਰ ਦਾ ਸਭ ਤੋਂ ਵੱਡਾ ਦੇਸ਼ ਕਿਹੜਾ ਹੈ? ਰੂਸ। ਖੇਤਰਫਲ ਪੱਖੋਂ ਸੰਸਾਰ ਦਾ ਸਭ ਤੋਂ ਛੋਟਾ ਦੇਸ਼ ਕਿਹੜਾ ਹੈ? ਵੈਟੀਕਨ ਸਿਟੀ। ਅੱਗੇ ਦੇਖਦੇ ਹਾਂ, ਕਿਹੜਾ ਮਹਾਦੀਪ ਸੰਘਣੀ ਵਸੋਂ ਵਾਲਾ ਹੈ? ਯੂਰਪ। ਕਿਹੜੇ ਮਹਾਦੀਪ ਨੂੰ ਵਿਕਸਿਤ ਮਹਾਦੀਪ ਆਖਦੇ ਹਨ? ਯੂਰਪ ਮਹਾਦੀਪ ਨੂੰ। ਅੱਗੇ ਹੈ, ਕਿਹੜੇ ਮਹਾਦੀਪ ਨੂੰ ਸਭ ਤੋਂ ਛੋਟਾ ਮਹਾਦੀਪ ਹੋਣ ਕਰਕੇ ਟਾਪੂ ਮਹਾਦੀਪ ਆਖਿਆ ਜਾਂਦਾ ਹੈ? ਉਹ ਹੈ ਆਸਟ੍ਰੇਲੀਆ ਮਹਾਦੀਪ, ਜਿਹਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ? ਟਾਪੂ ਮਹਾਦੀਪ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਅੱਗੇ ਹੈ, ਜਲ ਮੰਡਲ ਤੋਂ ਕੀ ਭਾਵ ਹੈ? ਸਮੁੱਚਾ ਪਾਣੀ, ਦਰਿਆ, ਝੀਲਾਂ, ਸਾਗਰਾਂ ਅਤੇ ਮਹਾਸਾਗਰਾਂ ਜੋ ਦਰਵ ਦੇ ਰੂਪ ਵਿੱਚ ਧਰਤੀ ਦੇ ਪਰਿਮੰਡਲ ਦਾ ਹਿੱਸਾ ਹੈ। ਧਰਤੀ ਦਾ ਜਿਹੜਾ ਹਿੱਸਾ ਪਾਣੀ ਨਾਲ ਘਿਰਿਆ ਹੋਇਆ ਹੈ ਉਸ ਨੂੰ ਕੀ ਆਖਦੇ ਆ? ਜਲ ਮੰਡਲ ਆਖਦੇ ਆ। ਅੱਗੇ ਹੈ, ਧਰਤੀ ਦਾ ਕਿੰਨਾ ਭਾਗ ਪਾਣੀ ਨਾਲ ਘਿਰਿਆ ਹੋਇਆ ਹੈ? 2/3 ਭਾਗ ਜਾਂ 71%। ਅੱਗੇ ਹੈ, ਧਰਤੀ ਦੇ ਕਿੰਨੇ ਭਾਗ ਉੱਤੇ ਮਹਾਸਾਗਰ, ਸਾਗਰ, ਝੀਲਾਂ ਅਤੇ ਦਰਿਆ ਆਉਂਦੇ ਹਨ? 2/3 ਭਾਗ ਜਾਂ 71% ਭਾਗ ਉੱਪਰ ਆਉਂਦੇ ਆ। ਅੱਗੇ ਹੈ, ਮਹਾਸਾਗਰ ਤੋਂ ਕੀ ਭਾਵ ਹੈ? ਮਹਾਸਾਗਰ ਪਾਣੀ ਦੇ ਵੱਡੇ ਜਲ ਸੰਗ੍ਰਹਿ ਹਨ। ਮਹਾਸਾਗਰ ਮਹਾਦੀਪਾਂ ਦੁਆਰਾ ਅਲੱਗ ਹੁੰਦੇ ਹਨ। ਇਹ ਇਹਨਾਂ ਦੀ ਮਹਾਸਾਗਰਾਂ ਦੀ ਪਰਿਭਾਸ਼ਾ। ਧਰਤੀ 'ਤੇ ਕਿੰਨੇ ਮਹਾਸਾਗਰ ਹਨ? ਧਰਤੀ 'ਤੇ 4 ਮਹਾਸਾਗਰ ਹਨ। ਸ਼ਾਂਤ ਮਹਾਸਾਗਰ, ਅੰਧ ਮਹਾਸਾਗਰ, ਹਿੰਦ ਮਹਾਸਾਗਰ ਅਤੇ ਆਰਕਟਿਕ ਮਹਾਸਾਗਰ। ਜੇ ਸਭ ਤੋਂ ਵੱਡੇ ਮਹਾਸਾਗਰ ਦੀ ਗੱਲ ਕਰੀਏ ਤਾਂ ਜਿਹੜਾ ਸਭ ਤੋਂ ਵੱਡਾ ਮਹਾਸਾਗਰ ਉਹ ਹੈ ਸ਼ਾਂਤ ਮਹਾਸਾਗਰ। 2 ਨੰਬਰ 'ਤੇ ਜਿਹੜਾ ਵੱਡਾ ਮਹਾਸਾਗਰ ਉਹ ਹੈ ਅੰਧ ਮਹਾਸਾਗਰ। 3 ਨੰਬਰ 'ਤੇ ਜਿਹੜਾ ਵੱਡਾ ਮਹਾਸਾਗਰ ਹੈ ਹਿੰਦ ਮਹਾਸਾਗਰ। ਜੇ ਸਭ ਤੋਂ ਛੋਟੇ ਮਹਾਸਾਗਰ ਦੀ ਗੱਲ ਕਰੀ ਤਾਂ ਉਹ ਹੈ ਆਰਕਟਿਕ ਮਹਾਸਾਗਰ। ਅੱਗੇ ਹੈ, ਕਿਹੜਾ ਮਹਾਸਾਗਰ ਏਸ਼ੀਆ ਮਹਾਦੀਪ ਅਤੇ ਆਸਟ੍ਰੇਲੀਆ ਮਹਾਦੀਪ ਨੂੰ ਉੱਤਰੀ ਅਮਰੀਕਾ ਮਹਾਦੀਪ ਨਾਲੋਂ ਵੱਖ ਕਰਦਾ ਹੈ? ਉਹ ਹੈਗਾ ਸ਼ਾਂਤ ਮਹਾਸਾਗਰ। ਅੱਗੇ ਸੰਸਾਰ ਦਾ ਸਭ ਤੋਂ ਵੱਡਾ ਮਹਾਸਾਗਰ ਕਿਹੜਾ ਹੈ? ਸ਼ਾਂਤ ਮਹਾਸਾਗਰ। ਇਹਦੇ ਆਪਾਂ ਗੱਲ ਕਰੀਏ ਆਕਾਰ ਦੀ ਤਾਂ ਜਿਹੜੇ 3 ਹੋਰ ਮਹਾਸਾਗਰ ਆ ਆਪਾਂ ਦੇਖੇ ਸੀ, ਅੰਧ ਮਹਾਸਾਗਰ, ਹਿੰਦ ਮਹਾਸਾਗਰ ਅਤੇ ਆਰਕਟਿਕ ਮਹਾਸਾਗਰ। ਜੇ ਆਪਾਂ ਇਹਨਾਂ ਤਿੰਨਾਂ ਨੂੰ ਮਿਲਾ ਲਈਏ ਤਾਂ ਜਿਹੜਾ ਇਕੱਲਾ ਹੈ ਸ਼ਾਂਤ ਮਹਾਸਾਗਰ ਹੈ। ਠੀਕ ਹੈ, ਇਹਦਾ ਜਿਹੜਾ ਆਕਾਰ ਹੈ ਇਹਨਾਂ ਤਿੰਨਾਂ ਨਾਲੋਂ ਵੱਡਾ ਆਕਾਰ ਹੈਗਾ ਕਿਹਦਾ? ਸ਼ਾਂਤ ਮਹਾਸਾਗਰ ਦਾ। ਇਹਨਾਂ ਨੂੰ ਤਿੰਨਾਂ ਨੂੰ ਜੋੜ ਕੇ ਵੀ ਜਿਹੜਾ ਆਕਾਰ ਬਣੂਗਾ ਉਹ ਸ਼ਾਂਤ ਮਹਾਸਾਗਰ ਨਾਲੋਂ ਛੋਟਾ ਹੋਊਗਾ ਕਿ ਇਹਦਾ ਐਡਾ ਵੱਡਾ ਆਕਾਰ ਹੈ ਸ਼ਾਂਤ ਮਹਾਸਾਗਰ ਦਾ। ਅੱਗੇ ਦੇਖਦੇ ਹਾਂ ਆਪਾਂ, ਸ਼ਾਂਤ ਮਹਾਸਾਗਰ ਧਰਤੀ ਦੇ ਕਿੰਨੇ ਰਕਬੇ ਵਿੱਚ ਫੈਲਿਆ ਹੋਇਆ ਹੈ? ਲਗਭਗ 1/3 ਭਾਗ ਉੱਪਰ। ਸੰਸਾਰ ਦੀ ਸਭ ਤੋਂ ਡੂੰਘੀ ਖਾਈ ਮਰੀਨਾ ਖਾਈ ਕਿਹੜੇ ਮਹਾਸਾਗਰ ਵਿੱਚ ਸਥਿਤ ਹੈ? ਇਹ ਹੈ ਸ਼ਾਂਤ ਮਹਾਸਾਗਰ ਵਿੱਚ। ਸ਼ਾਂਤ ਮਹਾਸਾਗਰ ਕਿੰਨੇ ਮਹਾਦੀਪਾਂ ਨਾਲ ਲੱਗਦਾ ਹੈ? ਇਹ 4 ਮਹਾਦੀਪਾਂ ਨਾਲ ਲੱਗਦਾ ਹੈ। ਅੱਗੇ ਹੈ, ਸ਼ਾਂਤ ਮਹਾਸਾਗਰ ਕਿਹੜੇ ਮਹਾਦੀਪਾਂ ਨਾਲ ਲੱਗਦਾ ਹੈ? ਏਸ਼ੀਆ ਮਹਾਦੀਪ ਨਾਲ, ਆਸਟ੍ਰੇਲੀਆ ਮਹਾਦੀਪ ਨਾਲ, ਉੱਤਰੀ ਅਮਰੀਕਾ ਮਹਾਦੀਪ ਨਾਲ, ਦੱਖਣੀ ਅਮਰੀਕਾ ਮਹਾਦੀਪ ਨਾਲ।
ਜਿਹੜੇ ਨਾਮ ਆ ਤੁਸੀਂ ਧਿਆਨ 'ਚ ਰੱਖਣੇ ਆ ਕਿਹੜੇ ਕਿਹੜੇ ਮਹਾਦੀਪਾਂ ਨਾਲ ਲੱਗਦਾ ਹੈ। ਅੱਗੇ ਹੈ ਅੰਧ ਮਹਾਸਾਗਰ ਕਿੰਨੇ ਮਹਾਦੀਪਾਂ ਨਾਲ ਲੱਗਦਾ ਹੈ। ਅੰਧ ਮਹਾਸਾਗਰ ਹੈ ਜਿਹੜਾ ਇਹ ਵੀ 4 ਮਹਾਦੀਪਾਂ ਨਾਲ ਲੱਗਦਾ ਹੈ। ਅੰਧ ਮਹਾਸਾਗਰ ਕਿਹੜੇ ਕਿਹੜੇ ਮਹਾਦੀਪਾਂ ਨਾਲ ਲੱਗਦਾ ਹੈ। ਇਹ ਲੱਗਦਾ ਉੱਤਰੀ ਅਮਰੀਕਾ ਮਹਾਦੀਪ ਨਾਲ, ਦੱਖਣੀ ਅਮਰੀਕਾ ਮਹਾਦੀਪ ਨਾਲ, ਅਤੇ ਆਪਾਂ ਦੂਜੇ ਪਾਸੇ ਗੱਲ ਕਰੀਏ ਯੂਰੋਪ ਮਹਾਦੀਪ ਅਤੇ ਅਫਰੀਕਾ ਮਹਾਦੀਪ ਨਾਲ ਲੱਗਦਾ ਹੈ। ਅੱਗੇ ਦੇਖਦੇ ਹਾਂ ਸੰਸਾਰ ਦੀ ਸਭ ਤੋਂ ਵੱਧ ਸਾਗਰੀ ਆਵਾਜਾਈ ਕਿਹੜੇ ਮਹਾਸਾਗਰ ਰਾਹੀਂ ਹੁੰਦੀ ਹੈ। ਅੰਧ ਮਹਾਸਾਗਰ। ਅੰਧ ਮਹਾਸਾਗਰ ਨੂੰ ਸਭ ਤੋਂ ਜਿਹੜਾ ਵਿਅਸਤ ਮਹਾਸਾਗਰ ਵੀ ਕਿਹਾ ਜਾਂਦਾ ਹੈ। ਸੰਸਾਰ ਦੀ ਸਭ ਤੋਂ ਵੱਧ ਸਾਗਰੀ ਆਵਾਜਾਈ ਅੰਧ ਮਹਾਸਾਗਰ ਰਾਹੀਂ ਕਿਉਂ ਹੁੰਦੀ ਹੈ। ਕਿਉਂਕਿ ਸਾਰੇ ਮਹੱਤਵਪੂਰਨ ਜਿਹੜੇ ਜਲ ਮਾਰਗ ਉਹ ਅੰਧ ਮਹਾਸਾਗਰ ਵਿੱਚੋਂ ਹੀ ਲੰਘਦੇ ਹਨ ਅਤੇ ਇਸ ਦੀ ਤੱਟ ਰੇਖਾ 'ਤੇ ਬਹੁਤ ਸਾਰੀਆਂ ਪ੍ਰਮੁੱਖ ਬੰਦਰਗਾਹਾਂ ਹਨ ਜਿਹਦੇ ਨਾਲ ਕਿ ਇਹ ਸਭ ਤੋਂ ਜ਼ਿਆਦਾ ਵਿਅਸਤ ਰਹਿੰਦਾ ਹੈ। ਕਿਹੜੇ ਮਹਾਸਾਗਰ ਨੂੰ ਅਮਰੀਕਾ ਮਹਾਦੀਪ ਅਤੇ ਯੂਰੋਪ ਮਹਾਦੀਪ ਨੇ ਵਪਾਰ ਅਤੇ ਵਣਜ ਪੱਖੋਂ ਬਹੁਤ ਮਹੱਤਵਪੂਰਨ ਬਣਾ ਦਿੱਤਾ ਹੈ। ਅੰਧ ਮਹਾਸਾਗਰ ਨੇ। ਕਿ ਜਿਹੜਾ ਯੂਰੋਪ ਦਾ ਅਮਰੀਕਾ ਦਾ ਮਹਾਦੀਪ ਦਾ ਵਪਾਰ ਹੈ ਉਹ ਕਿਹੜੇ ਮਹਾਸਾਗਰ ਨਾਲ ਹੁੰਦਾ ਹੈ। ਅੰਧ ਮਹਾਸਾਗਰ ਰਾਹੀਂ ਹੁੰਦਾ ਹੈ। ਅੱਗੇ ਸੰਸਾਰ ਦਾ ਇੱਕੋ ਇੱਕ ਮਹਾਸਾਗਰ ਕਿਹੜਾ ਹੈ ਜਿਸ ਦਾ ਨਾਂ ਕਿਸੇ ਦੇਸ਼ ਦੇ ਨਾਂ ਉੱਤੇ ਰੱਖਿਆ ਗਿਆ ਹੈ। ਉਹ ਹੈਗਾ ਹਿੰਦ ਮਹਾਸਾਗਰ, ਜਿਹਦਾ ਨਾਂ ਆਪਣੇ ਪਿਆਰੇ ਦੇਸ਼ ਭਾਰਤ ਦੇ ਨਾਂ ਉੱਤੇ ਰੱਖਿਆ ਗਿਆ ਹੈ। ਅੱਗੇ ਹੈ ਹਿੰਦ ਮਹਾਸਾਗਰ ਦਾ ਨਾਂ ਕਿਹੜੇ ਦੇਸ਼ ਦੇ ਨਾਂ ਉੱਤੇ ਰੱਖਿਆ ਗਿਆ ਹੈ। ਇਹ ਹੈ ਭਾਰਤ, ਜਾਂ ਆਪਾਂ ਕਹਿ ਦਈਏ ਹਿੰਦੁਸਤਾਨ ਵੀ ਇਹਨੂੰ ਕਿਹਾ ਜਾਂਦਾ ਹੈ। ਇਸ ਦੇ ਨਾਮ ਦੇ ਉੱਪਰ ਰੱਖਿਆ ਗਿਆ ਹੈ। ਹਿੰਦ ਮਹਾਸਾਗਰ ਕਿੰਨੇ ਮਹਾਦੀਪਾਂ ਦੁਆਰਾ ਘਿਰਿਆ ਹੋਇਆ ਹੈ। ਇਹ ਹੈ 3 ਮਹਾਦੀਪਾਂ ਦੁਆਰਾ ਘਿਰਿਆ ਹੋਇਆ ਹੈ। ਅੱਗੇ ਦੇਖਦੇ ਹਾਂ ਹੁਣ। ਅੱਗੇ ਹੈ ਹਿੰਦ ਮਹਾਸਾਗਰ ਦੇ ਪੂਰਬ ਦਿਸ਼ਾ ਵੱਲ ਕਿਹੜਾ ਮਹਾਦੀਪ ਸਥਿਤ ਹੈ। ਆਸਟ੍ਰੇਲੀਆ ਮਹਾਦੀਪ। ਹਿੰਦ ਮਹਾਸਾਗਰ ਦੇ ਉੱਤਰ ਦਿਸ਼ਾ ਵੱਲ ਕਿਹੜਾ ਮਹਾਦੀਪ ਸਥਿਤ ਹੈ। ਏਸ਼ੀਆ ਮਹਾਦੀਪ। ਅੱਗੇ ਦੇਖਦੇ ਹਾਂ ਹਿੰਦ ਮਹਾਸਾਗਰ ਦੇ ਪੱਛਮ ਦਿਸ਼ਾ ਵੱਲ ਕਿਹੜਾ ਮਹਾਦੀਪ ਸਥਿਤ ਹੈ। ਅਫਰੀਕਾ ਮਹਾਦੀਪ। ਇਹ ਕੀ ਹੈ ਆਪਣਾ ਜਿਹੜਾ ਹਿੰਦ ਮਹਾਸਾਗਰ ਹੈ ਇਹਦੇ ਪੂਰਬ ਵਿੱਚ ਹੈਗਾ ਆਸਟ੍ਰੇਲੀਆ ਮਹਾਦੀਪ, ਉੱਤਰ ਵਿੱਚ ਹੈਗਾ ਏਸ਼ੀਆ ਮਹਾਦੀਪ ਅਤੇ ਪੱਛਮ ਵਿੱਚ ਕਿਹੜਾ ਅਫਰੀਕਾ ਮਹਾਦੀਪ ਹੈ। ਅੱਗੇ ਹੈ ਪੁਰਾਤਨ ਕਾਲ ਵਿੱਚ ਭਾਰਤ ਦਾ ਮੁੱਖ ਵਣਜ ਅਤੇ ਵਪਾਰ ਕਿਹੜੇ ਮਹਾਸਾਗਰ ਰਾਹੀਂ ਕੀਤਾ ਜਾਂਦਾ ਸੀ। ਹਿੰਦ ਮਹਾਸਾਗਰ ਰਾਹੀਂ। ਸੰਸਾਰ ਦਾ ਸਭ ਤੋਂ ਛੋਟਾ ਮਹਾਸਾਗਰ ਕਿਹੜਾ ਹੈ। ਆਰਕਟਿਕ ਮਹਾਸਾਗਰ। ਅੱਗੇ ਦੇਖਦੇ ਹਾਂ ਆਰਕਟਿਕ ਮਹਾਸਾਗਰ ਨੇ ਕਿਹੜੇ ਧਰੁਵ ਨੂੰ ਘੇਰਿਆ ਹੋਇਆ ਹੈ। ਉੱਤਰੀ ਧਰੁਵ ਨੂੰ। ਆਰਕਟਿਕ ਮਹਾਸਾਗਰ ਕਿਹੜੇ ਚੱਕਰ ਵਿੱਚ ਹੈ। ਇਹ ਹੈਗਾ ਆਰਕਟਿਕ ਚੱਕਰ ਵਿੱਚ, ਜਿਹੜਾ ਕਿ 66.5 ਡਿਗਰੀ ਆ। 66.5 ਡਿਗਰੀ ਉੱਤਰ ਦਿਸ਼ਾ ਵੱਲ। ਆਰਕਟਿਕ ਮਹਾਸਾਗਰ ਸ਼ਾਂਤ ਮਹਾਸਾਗਰ ਨਾਲ ਕਿਵੇਂ ਜੁੜਿਆ ਹੋਇਆ ਹੈ। ਇਹ ਹੈ ਬੈਰਿੰਗ ਸਟ੍ਰੇਟ ਜਾਂ ਬੈਰਿੰਗ ਜਲ ਡਮਰੂ, ਜਿਹਨੂੰ ਕਹਿ ਦਈਏ ਬੈਰਿੰਗ ਜਲ ਸੰਧੀ ਨਾਲ ਜੁੜਿਆ ਹੋਇਆ ਹੈ। ਅੱਗੇ ਹੈ ਆਰਕਟਿਕ ਮਹਾਸਾਗਰ ਕਿਹੜੇ ਦੇਸ਼ਾਂ ਨਾਲ ਘਿਰਿਆ ਹੋਇਆ ਹੈ। ਰੂਸ, ਸਕੈਂਡੀਨੇਵੀਆ, ਗ੍ਰੀਨਲੈਂਡ ਅਤੇ ਕੈਨੇਡਾ ਆਦਿ ਨਾਲ ਘਿਰਿਆ ਹੋਇਆ ਹੈ। ਅੱਗੇ ਹੈ ਕਿਹੜਾ ਮਹਾਸਾਗਰ ਸਾਰਾ ਸਾਲ ਬਰਫ਼ ਨਾਲ ਢਕਿਆ ਰਹਿੰਦਾ ਹੈ। ਇਹ ਹੈਗਾ ਆਰਕਟਿਕ ਮਹਾਸਾਗਰ। ਅੱਗੇ ਹੈ ਕਿਹੜੇ 3 ਮਹਾਸਾਗਰ ਦੱਖਣੀ ਅਰਧ ਗੋਲੇ ਵਿੱਚ ਹਨ। ਅਰਧ ਗੋਲੇ ਵਿੱਚ ਸਥਿਤ ਹਨ। ਅੰਧ ਮਹਾਸਾਗਰ, ਸ਼ਾਂਤ ਮਹਾਸਾਗਰ ਅਤੇ ਹਿੰਦ ਮਹਾਸਾਗਰ। ਇਸ ਵਿਸ਼ਾਲ ਮਹਾਸਾਗਰ ਨੂੰ ਦੱਖਣੀ ਮਹਾਸਾਗਰ ਵੀ ਆਖਦੇ ਆ। ਇਹਨਾਂ ਤਿੰਨਾਂ ਨੂੰ ਜਦੋਂ ਮਿਲ ਜਾਂਦੇ ਇਹਨਾਂ ਨੂੰ ਪੂਰਾ ਕੀ ਨਾਂ ਦਿੱਤਾ ਗਿਆ ਹੈ। ਦੱਖਣੀ ਮਹਾਸਾਗਰ ਦਾ ਨਾਂ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਆਪਾਂ ਪੜ੍ਹਿਆ ਸੀ ਕਿ ਜਿਹੜਾ ਆਪਣਾ ਗਲੋਬ ਹੈ ਉੱਤਰੀ ਅਰਧ ਗੋਲ ਹੈ, ਦੱਖਣੀ ਅਰਧ ਗੋਲ ਵਿੱਚ ਆਪਾਂ ਪੜ੍ਹਿਆ ਸੀ ਕਿ ਜਿਹੜਾ ਪਾਣੀ ਦੀ ਜਿਹੜੀ ਮਾਤਰਾ ਸਭ ਤੋਂ ਜ਼ਿਆਦਾ ਦੱਖਣੀ ਅਰਧ ਗੋਲੇ ਵਿੱਚ ਪਾਈ ਜਾਂਦੀ ਹੈ। ਕਿਉਂ ਪਾਈ ਜਾਂਦੀ ਹੈ। ਕਿਉਂਕਿ ਜਿਹੜਾ ਸ਼ਾਂਤ ਮਹਾਸਾਗਰ ਅਤੇ ਜਿਹੜੇ ਹਿੰਦ ਮਹਾਸਾਗਰ ਅਤੇ ਅੰਧ ਮਹਾਸਾਗਰ ਉਹ ਦੱਖਣੀ ਅਰਧ ਗੋਲੇ ਵਿੱਚ ਪਾਏ ਜਾਂਦੇ ਆ, ਜਿਹਦੇ ਨਾਲ ਕਿ ਇੱਥੇ ਜਲ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ। ਅਤੇ ਜਿਹਨਾਂ ਤਿੰਨਾਂ ਨੂੰ ਮਿਲਾ ਕੇ ਕੀ ਨਾਮ ਦਿੱਤਾ ਗਿਆ। ਇਹਨਾਂ ਨੂੰ ਦੱਖਣੀ ਮਹਾਸਾਗਰ ਦਾ ਨਾਂ ਦਿੱਤਾ ਗਿਆ ਹੈ। ਕਿਹੜੇ ਕਿਹੜੇ ਮਹਾਸਾਗਰਾਂ ਨੂੰ। ਅੰਧ ਮਹਾਸਾਗਰ ਨੂੰ, ਸ਼ਾਂਤ ਮਹਾਸਾਗਰ ਨੂੰ ਅਤੇ ਹਿੰਦ ਮਹਾਸਾਗਰ ਨੂੰ। ਅੱਗੇ ਦੇਖਦੇ ਹਾਂ ਦੱਖਣੀ ਮਹਾਸਾਗਰ ਨੇ ਕਿਹੜੇ ਮਹਾਦੀਪ ਨੂੰ ਚੁਫੇਰਿਓਂ ਘੇਰਿਆ ਹੋਇਆ ਹੈ। ਅੰਟਾਰਕਟਿਕ ਮਹਾਦੀਪ ਨੂੰ। ਅੱਗੇ ਹੈ ਕਿਹੜਾ ਮਹਾਸਾਗਰ ਸਾਰਾ ਸਾਲ ਬਹੁਤਾ ਸਮਾਂ ਬਰਫ਼ ਨਾਲ ਢਕਿਆ ਰਹਿੰਦਾ ਹੈ। ਦੱਖਣੀ ਮਹਾਸਾਗਰ। ਅੱਗੇ ਹੈ ਮਹਾਸਾਗਰ ਕਿਹੜੇ ਪਾਣੀ ਦੇ ਬਹੁਤ ਵੱਡੇ ਵਿਸਤਾਰ ਹਨ। ਨਮਕੀਨ ਪਾਣੀ ਦੇ। ਜਿਹੜਾ ਮਹਾਸਾਗਰਾਂ ਦਾ ਪਾਣੀ ਹੈ ਇਹ ਸਾਰਾ ਪੀਣ ਯੋਗ ਨਹੀਂ ਹੈ। ਇਹ ਜਿਹੜਾ ਬਹੁਤਾ ਜਿਹੜਾ ਪਾਣੀ ਹੈ ਇਹ ਸਾਰਾ ਕੀ ਆ, ਨਮਕੀਨ ਪਾਣੀ ਆ। ਅੱਗੇ ਹੈ ਮਹਾਸਾਗਰਾਂ ਤੋਂ ਬਿਨਾਂ ਹੋਰ ਕਿਹੜੇ ਪਾਣੀ ਦੇ ਸੰਗ੍ਰਹਿ ਹਨ। ਉਹ ਹੈ ਖਾੜੀ ਅਤੇ ਸਾਗਰ। ਅੱਗੇ ਹੈ ਸਾਗਰ ਜ਼ਿਆਦਾਤਰ ਕਿਹੜੇ ਭਾਗ ਦੁਆਰਾ ਘਿਰੇ ਹੁੰਦੇ ਹਨ। ਧਰਤ ਭਾਗ ਦੁਆਰਾ। ਅੱਗੇ ਦੇਖਦੇ ਹਾਂ
ਜਲ ਮੰਡਲ ਵਿੱਚ ਕਿਹੜੇ ਕਿਹੜੇ ਜਲ ਪਿੰਡ ਆਉਂਦੇ ਆ? ਮਹਾਸਾਗਰ ਆਉਂਦੇ ਆ, ਸਾਗਰ ਆਉਂਦੇ ਆ, ਝੀਲਾਂ, ਦਰਿਆ ਆਦਿ। ਅੱਗੇ ਹੈ ਵਾਯੂਮੰਡਲ ਨੂੰ ਠੰਡਾ ਕਰਨ ਵਿੱਚ ਕਿਹੜੀ ਚੀਜ਼ ਸਹਾਈ ਹੁੰਦੀ ਹੈ? ਇਹ ਹੁੰਦੀ ਆ ਪਾਣੀ। ਦਰਿਆ, ਝੀਲਾਂ ਅਤੇ ਸਾਗਰ ਕਿਸ ਰੂਪ ਵਿੱਚ ਮਨੁੱਖ ਨੂੰ ਭੋਜਨ ਪ੍ਰਦਾਨ ਕਰਦੇ ਹੈ? ਮੱਛੀਆਂ ਦੇ ਰੂਪ ਵਿੱਚ। ਅੱਗੇ ਦੇਖਦੇ ਹਾਂ ਹੁਣ, ਧਰਤੀ ਦੇ ਚਾਰੇ ਪਾਸੇ ਕਿਸ ਦਾ ਗਿਲਾਫ ਬਣਿਆ ਹੋਇਆ ਹੈ? ਹਵਾ ਦਾ। ਹਵਾ ਦੇ ਗਿਲਾਫ ਨੂੰ ਕੀ ਆਖਦੇ ਆ? ਇਸ ਨੂੰ ਆਖਦੇ ਆ ਵਾਯੂਮੰਡਲ ਆਖਦੇ ਆ। ਅੱਗੇ ਹੈ ਵਾਯੂਮੰਡਲ ਧਰਤੀ ਦੇ ਕਿਹੜੇ ਮੰਡਲ ਨੂੰ ਬਿਤਾਉਂਦਾ ਹੈ? ਜੀਵ ਮੰਡਲ ਨੂੰ। ਵਾਯੂਮੰਡਲ ਧਰਤੀ ਦੀ ਸਤਹ ਤੋਂ ਕਿੰਨੇ ਕਿਲੋਮੀਟਰ ਉਚਾਈ ਤੱਕ ਫੈਲਿਆ ਹੋਇਆ ਹੈ? 1600 ਕਿਲੋਮੀਟਰ। ਅੱਗੇ ਦੇਖਦੇ ਹਾਂ, ਹਵਾ ਦੇ ਪ੍ਰਮੁੱਖ ਤੱਤ ਕਿਹੜੇ ਹਨ? ਨਾਈਟ੍ਰੋਜਨ, ਆਕਸੀਜਨ ਅਤੇ ਕਾਰਬਨ ਡਾਈਆਕਸਾਈਡ, ਜਿਹੜੇ ਕਿ ਹਵਾ ਦੇ ਪ੍ਰਮੁੱਖ ਤੱਤ ਹਨ। ਹਵਾ ਵਿੱਚ ਨਾਈਟ੍ਰੋਜਨ ਦੀ ਮਾਤਰਾ ਕਿੰਨੇ % ਹੁੰਦੀ ਹੈ? ਇਹ ਹੁੰਦੀ ਹੈ 78%। ਹਵਾ ਵਿੱਚ ਆਕਸੀਜਨ ਦੀ ਮਾਤਰਾ ਕਿੰਨੀ ਹੁੰਦੀ ਹੈ? ਇਹ ਹੁੰਦੀ ਹੈ 21%। ਅੱਗੇ ਹੈ ਹਵਾ ਵਿੱਚ ਕਾਰਬਨ ਡਾਈਆਕਸਾਈਡ ਅਤੇ ਕਾਰਬਨ ਡਾਈਆਕਸਾਈਡ ਦੀ ਮਾਤਰਾ ਜਿਹੜੀ ਹੈ ਕਿੰਨੇ % ਹੁੰਦੀ ਹੈ? ਇਹ ਹੁੰਦੀ ਹੈ 0.03%। ਅੱਗੇ ਹੈ ਹਵਾ ਵਿੱਚ ਆਰਗਨ ਦੀ ਮਾਤਰਾ ਅਤੇ ਹੋਰ ਗੈਸਾਂ ਦੀ ਮਾਤਰਾ ਕਿੰਨੀ ਹੈ? 1%। ਅੱਗੇ ਹੈ ਕਿਹੜੀ ਗੈਸ ਜੀਵਾਂ ਦੇ ਵਧਣ ਫੁੱਲਣ ਵਿੱਚ ਸਹਾਇਤਾ ਕਰਦੀ ਹੈ? ਉਹ ਕਰਦੀ ਹੈ ਨਾਈਟ੍ਰੋਜਨ। ਅੱਗੇ ਹੈ ਕਿਹੜੀ ਗੈਸ ਨੂੰ ਸਾਹ ਜੀਵਨ ਕਿਹਾ ਜਾਂਦਾ ਹੈ? ਆਕਸੀਜਨ ਨੂੰ। ਅੱਗੇ ਹੈ ਪੌਦਿਆਂ ਦੇ ਵਧਣ ਫੁੱਲਣ ਲਈ ਕਿਹੜੀ ਚੀਜ਼ ਸਹਾਈ ਹੁੰਦੀ ਹੈ? ਕਾਰਬਨ ਡਾਈਆਕਸਾਈਡ ਅਤੇ ਪਾਣੀ। ਤੁਸੀਂ ਕਨਫਿਊਜ਼ ਨਹੀਂ ਹੋਣਾ ਕਿ ਜੇ ਆਪਾਂ ਨੂੰ ਪੁੱਛਿਆ ਜਾਵੇ ਕਿ ਜੀਵਾਂ ਦੇ ਵਧਣ ਫੁੱਲਣ ਲਈ ਕਿਹੜੀ ਸਹਾਇਤਾ ਕਰਦੀ ਹੈ ਗੈਸ, ਉਹ ਹੈ ਨਾਈਟ੍ਰੋਜਨ। ਜੇ ਪੁੱਛਿਆ ਜਾਵੇ ਪੌਦਿਆਂ ਦੇ ਵਧਣ ਫੁੱਲਣ ਲਈ ਕਿਹੜੀ ਗੈਸ ਸਹਾਈ ਹੁੰਦੀ ਹੈ, ਉਹ ਹੁੰਦੀ ਹੈ ਕਾਰਬਨ ਡਾਈਆਕਸਾਈਡ ਅਤੇ ਪਾਣੀ। ਅੱਗੇ ਹੈ ਵਰਖਾ ਅਤੇ ਬਰਫ਼ਬਾਰੀ ਵਾਯੂਮੰਡਲ ਦੀਆਂ ਕਿਹੜੀਆਂ ਤਹਿਾਂ ਵਿੱਚ ਹੁੰਦੀ ਹੈ? ਇਹ ਹੁੰਦੀ ਹੈ ਸਭ ਤੋਂ ਹੇਠਲੀ ਤਹਿ ਵਿੱਚ, ਜਿਹਨੂੰ ਵਾਯੂਮੰਡਲ ਆਖਦੇ ਆ। ਅੱਗੇ ਹੈ ਜੀਵਨ ਪ੍ਰਣਾਲੀ ਨੂੰ ਜਾਰੀ ਰੱਖਣ ਵਿੱਚ ਕਿਹੜਾ ਮੰਡਲ ਸਹਾਈ ਹੁੰਦਾ ਹੈ? ਇਹ ਹੁੰਦਾ ਹੈ ਵਾਯੂਮੰਡਲ। ਧਰਤੀ ਦੇ ਤਾਪਮਾਨ ਇਕਸਾਰ ਅਤੇ ਰਹਿਣਯੋਗ ਕਿਉਂ ਹੁੰਦਾ ਹੈ? ਵਾਯੂਮੰਡਲ ਦੀ ਹੋਂਦ ਕਾਰਨ। ਅੱਗੇ ਹੈ ਜੀਵ ਮੰਡਲ ਕਿਸ ਨੂੰ ਆਖਦੇ ਹਨ? ਧਰਤੀ 'ਤੇ ਵਸਦੇ ਜੀਵਨ ਨੂੰ ਅਸੀਂ ਜੀਵ ਮੰਡਲ ਆਖਦੇ ਹਾਂ। ਅੱਗੇ ਦੇਖਦੇ ਹਾਂ, ਜੀਵ ਮੰਡਲ ਕਿੰਨੇ ਪਰਿਮੰਡਲਾਂ ਤੋਂ ਮਿਲ ਕੇ ਬਣਿਆ ਹੈ? ਇਹ 3 ਪਰਿਮੰਡਲਾਂ ਤੋਂ ਮਿਲ ਕੇ ਬਣਿਆ ਹੈ, ਥਲ, ਜਲ ਅਤੇ ਹਵਾ। ਅੱਗੇ ਹੈ ਜੀਵ ਮੰਡਲ ਕਿੱਥੋਂ ਤੱਕ ਫੈਲਿਆ ਹੋਇਆ ਹੈ? ਧਰਤੀ ਦੀ ਤਹਿ ਤੋਂ ਕੁਝ ਕੁ ਹੇਠਾਂ ਪਾਣੀ ਵਿੱਚ ਅਤੇ ਧਰਤੀ ਦੀ ਤਹਿ ਤੋਂ ਕੁਝ ਕੁ ਉੱਪਰ ਹਵਾ ਤੱਕ ਫੈਲਿਆ ਹੋਇਆ ਹੈ। ਅੱਗੇ ਹੈ ਛੋਟੇ ਤੋਂ ਛੋਟੇ ਜੀਵਾਂ ਦਾ ਆਕਾਰ ਕਿਸ ਦੇ ਆਕਾਰ ਜਿੰਨਾ ਹੁੰਦਾ ਹੈ? ਬੈਕਟੀਰੀਆ ਦੇ। ਸੰਸਾਰ ਦੇ ਸਭ ਤੋਂ ਵੱਡੇ ਜੀਵ ਦਾ ਕੀ ਨਾਂ ਹੈ? ਵ੍ਹੇਲ ਮੱਛੀ। ਭੂ ਖੋਰ ਦੀ ਰਫ਼ਤਾਰ ਵਧਣ ਦਾ ਮੁੱਖ ਕਾਰਨ ਕੀ ਹੈ? ਜੰਗਲਾਂ ਅਤੇ ਦਰੱਖਤਾਂ ਦੀ ਕਟਾਈ। ਅੱਗੇ ਦੇਖਦੇ ਹਾਂ, ਦਰਿਆਵਾਂ ਵਿੱਚ ਮਿੱਟੀ ਜ਼ਿਆਦਾ ਹੋ ਜਾਣ 'ਤੇ ਦਰਿਆਵਾਂ ਉੱਤੇ ਕੀ ਅਸਰ ਪੈਂਦਾ ਹੈ? ਇਹਦੇ ਨਾਲ ਕੀ ਆ? ਹੜ੍ਹ ਆ ਜਾਂਦੇ ਹਨ। ਜੀਵ ਜੰਤੂ ਭੋਜਨ ਲਈ ਕਿਹਨਾਂ ਉੱਤੇ ਨਿਰਭਰ ਰਹਿੰਦੇ ਹਨ? ਰੁੱਖਾਂ ਅਤੇ ਪੌਦਿਆਂ 'ਤੇ। ਅੱਗੇ ਹੈ ਰੁੱਖ ਪੌਦੇ ਆਪਣਾ ਭੋਜਨ ਕਿੱਥੋਂ ਸਿੱਧਾ ਪ੍ਰਾਪਤ ਕਰਦੇ ਹਨ? ਧਰਤੀ, ਪਾਣੀ ਅਤੇ ਹਵਾ 'ਚੋਂ। ਅੱਗੇ ਹੈ ਛੋਟੇ ਤੋਂ ਛੋਟੇ ਜੀਵਾਂ ਦਾ ਆਕਾਰ ਕਿਸ ਦੇ ਆਕਾਰ ਜਿੰਨਾ ਹੁੰਦਾ ਹੈ? ਬੈਕਟੀਰੀਆ ਦੇ। ਭੂ ਖੋਰ ਹੋ ਜਾਣ 'ਤੇ ਦਰਿਆਵਾਂ ਉੱਤੇ ਕੀ ਅਸਰ ਪੈਂਦਾ ਹੈ? ਹੜ੍ਹ ਆ ਜਾਂਦੇ ਹਨ। ਇਹ ਆਪਣੇ ਕੁਐਸਚਨ ਜਿਹੜੇ ਇਹ ਰਿਪੀਟ ਹੋਏ ਆ। ਜੀਵ ਜੰਤੂ ਭੋਜਨ ਲਈ ਕਿਹਨਾਂ ਉੱਤੇ ਨਿਰਭਰ ਰਹਿੰਦੇ ਹਨ? ਰੁੱਖ ਪੌਦਿਆਂ 'ਤੇ। ਰੁੱਖ ਪੌਦੇ ਆਪਣਾ ਭੋਜਨ ਕਿੱਥੋਂ ਸਿੱਧਾ ਪ੍ਰਾਪਤ ਕਰਦੇ ਹਨ? ਧਰਤੀ, ਪਾਣੀ ਅਤੇ ਹਵਾ ਤੋਂ। ਅੱਗੇ ਹੈ ਕੌਣ ਜੀਵ ਮੰਡਲ ਦੇ ਸਾਰੇ ਤੱਤਾਂ ਦੀ ਵਰਤੋਂ ਕਰਦਾ ਹੈ? ਮਨੁੱਖ। ਕਿਹੜਾ ਮੁੱਖ ਕਾਰਨ ਜੀਵ ਮੰਡਲ ਦੇ ਤੱਤਾਂ ਦੇ ਭਾਰ ਵਧਾਉਂਦਾ ਹੈ? ਇਹ ਹੈ ਵੱਧਦੀ ਜਿਹੜੀ ਜਨਸੰਖਿਆ, ਇਹ ਜੀਵ ਮੰਡਲ ਦੇ ਸਾਰੇ ਤੱਤਾਂ 'ਤੇ ਭਾਰ ਵਧਾਉਂਦੀ ਹੈ। ਅੱਗੇ ਹੈ ਰੁੱਖ ਪੌਦਿਆਂ ਅਤੇ ਜੀਵ ਜੰਤੂਆਂ ਦੀਆਂ ਕਈ ਜੀਵ ਜਾਤੀਆਂ ਦੇ ਖਤਮ ਹੋ ਜਾਣ ਦਾ ਮੁੱਖ ਕਾਰਨ ਕੀ ਹੈ? ਇਹਨਾਂ ਦਾ ਸ਼ਿਕਾਰ ਕਰਨਾ ਅਤੇ ਜੰਗਲਾਂ ਨੂੰ ਕੱਟਣਾ। ਜੰਗਲਾਂ ਨੂੰ ਕੱਟਣਾ ਅਤੇ ਜੀਵਾਂ ਦਾ ਸ਼ਿਕਾਰ ਕਰਨਾ। ਅੱਗੇ ਹੈ ਮਨੁੱਖ ਦੁਆਰਾ ਕੁਦਰਤੀ ਸਾਧਨਾਂ ਦੀ ਹੱਦ ਤੋਂ ਵੱਧ ਵਰਤੋਂ ਕਰਨ ਦਾ ਕੀ ਨਤੀਜਾ ਨਿਕਲਿਆ ਹੈ? ਇਹਦਾ ਨਤੀਜਾ ਨਿਕਲਿਆ ਕਿ ਕੁਦਰਤੀ ਸਾਧਨ ਹੈ ਜਿਹੜੇ ਉਹ ਖਤਮ ਹੋ ਰਹੇ ਹਨ। ਕੁਦਰਤੀ ਸਾਧਨਾਂ ਦੀ ਹੱਦ ਤੋਂ ਵੱਧ ਵਰਤੋਂ ਕਾਰਨ ਵਾਤਾਵਰਨ ਵੀ ਪ੍ਰਦੂਸ਼ਿਤ ਹੋ ਰਿਹਾ ਹੈ। ਅੱਗੇ ਹੈ ਕੋਲਾ ਅਤੇ ਪੈਟਰੋਲ ਦੀ ਵਰਤੋਂ ਉਪਰੰਤ ਵਾਯੂਮੰਡਲ ਵਿੱਚ ਕਿਹੜੀਆਂ ਗੈਸਾਂ ਦੀ ਮਾਤਰਾ ਵੱਧ ਗਈ ਹੈ? ਕਾਰਬਨ ਡਾਈਆਕਸਾਈਡ ਅਤੇ ਕਾਰਬਨ ਮੋਨੋਆਕਸਾਈਡ। ਅੱਗੇ ਹੈ ਕਾਰਬਨ ਡਾਈਆਕਸਾਈਡ ਅਤੇ ਕਾਰਬਨ ਮੋਨੋਆਕਸਾਈਡ ਗੈਸਾਂ ਦੀ ਵੱਧਦੀ ਮਾਤਰਾ ਦਾ ਜੀਵ ਮੰਡਲ ਦੇ
ਵੱਧਦੀ ਮਾਤਰਾ ਦਾ ਜੀਵ ਜੰਤੂਆਂ ਦੇ ਜੀਵਨ ਤੇ ਕੀ ਪ੍ਰਭਾਵ ਪਿਆ? ਇਹਦਾ ਹਾਨੀਕਾਰਕ ਪ੍ਰਭਾਵ ਪਿਆ ਹੈ। ਕਿਹਨਾਂ ਦਾ? ਕਾਰਬਨ ਡਾਈਆਕਸਾਈਡ ਤੇ ਕਾਰਬਨ ਮੋਨੋਆਕਸਾਈਡ ਦੀ ਵੱਧਦੀ ਮਾਤਰਾ ਦਾ। ਕੁਦਰਤ ਦੀ ਪੁਨਰ ਨਿਰਮਾਣ ਸ਼ਕਤੀ ਸੀਮਿਤ ਹੋਣ ਕਰਕੇ ਜੇਕਰ ਪ੍ਰਦੂਸ਼ਣ ਦੀ ਮਾਤਰਾ ਜੀਵਨ ਸਹਾਇਕ ਸਮਰੱਥਾ ਨਾਲੋਂ ਵੱਧ ਜਾਵੇਗੀ ਤਾਂ ਜੀਵ ਮੰਡਲ ਉੱਤੇ ਕੀ ਅਸਰ ਪਵੇਗਾ? ਜਿਹੜਾ ਜੀਵ ਮੰਡਲ ਉਹ ਖਤਮ ਹੋਣਾ ਸ਼ੁਰੂ ਹੋ ਜਾਊਗਾ। ਅੱਗੇ ਹੈ ਜੀਵ ਮੰਡਲ ਦੇ ਬਚਾਅ ਲਈ ਕਿਹੜੇ ਕਿਹੜੇ ਨੁਕਤੇ ਧਿਆਨ ਵਿੱਚ ਰੱਖਣੇ ਚਾਹੀਦੇ ਹਨ? ਦੇਖਦੇ ਹਾਂ। ਮਨੁੱਖੀ ਵਸੋਂ ਦੇ ਵਾਧੇ 'ਤੇ ਰੋਕ ਜ਼ਰੂਰੀ ਹੈ। ਬਾਕੀ ਜੀਵ ਮੰਡਲ 'ਤੇ ਇਸ ਦਾ ਭਾਰ ਘਟਾਇਆ ਜਾ ਸਕੇ। ਸਾਵਧਾਨੀ ਨਾਲ ਕੁਦਰਤੀ ਸਾਧਨਾਂ ਦੀ ਵਰਤੋਂ ਕਰਕੇ ਅਸੀਂ ਜੀਵ ਮੰਡਲ ਨੂੰ ਸਾਫ਼ ਸੁਥਰਾ ਰੱਖ ਸਕਦੇ ਹਾਂ। ਮਨੁੱਖ ਨੂੰ ਜੀਓ ਅਤੇ ਜਿਉਣ ਦਿਓ ਦਾ ਨਿਯਮ ਅਪਣਾਉਣਾ ਚਾਹੀਦਾ ਹੈ, ਤਾਂ ਹੀ ਮਨੁੱਖ ਧਰਤੀ 'ਤੇ ਆਪਣੀ ਲਗਾਤਾਰ ਹੋਂਦ ਨੂੰ ਯਕੀਨੀ ਬਣਾ ਸਕਦਾ ਹੈ। ਅੱਗੇ ਹੈ ਹਾਨੀਕਾਰਕ ਗੈਸਾਂ ਦੀ ਵੱਧਦੀ ਮਾਤਰਾ ਦਾ ਜੀਵ ਜੰਤੂਆਂ 'ਤੇ ਕੀ ਪ੍ਰਭਾਵ ਪਿਆ ਹੈ? ਇਹਦਾ ਹਾਨੀਕਾਰਕ ਪ੍ਰਭਾਵ ਪੈਂਦਾ ਹੈ। ਇਸ ਦੇ ਨਾਲ ਕੀ ਹੈ, ਜਿਹੜੇ ਆਪਣੇ ਅੱਜ ਦੇ ਕੁਐਸਚਨ ਇਹ ਪੂਰੇ ਹੁੰਦੇ ਆ। ਅਤੇ ਮੈਂ ਜਿਹੜੇ ਤੁਹਾਨੂੰ ਪਿਛਲੀ ਵੀਡੀਓ ਵਿੱਚ ਜਿਹੜੇ ਕੁਐਸਚਨ ਕਰਾਏ ਸੀ ਉਹਨਾਂ ਵਿੱਚੋਂ ਕਿ ਤੁਹਾਡੀ ਰਿਵੀਜ਼ਨ ਦੇ ਲਈ ਮੈਂ 2 ਕੁਐਸਚਨ ਲਏ ਆ। ਤੁਸੀਂ ਇਹਨਾਂ ਦੇ ਆਨਸਰ ਜਿਹੜੇ ਕਮੈਂਟ ਬਾਕਸ ਵਿੱਚ ਕਰਨੇ ਆ। ਦੇਖਦੇ ਹਾਂ ਕਿਹੜੇ ਕਿਹੜੇ ਕੁਐਸਚਨ ਆ। ਕੁਦਰਤੀ ਅਤੇ ਮਨੁੱਖ ਦੁਆਰਾ ਬਣਾਈਆਂ ਗਈਆਂ ਆਕ੍ਰਿਤੀਆਂ ਕਿਹੜੇ ਨਕਸ਼ਿਆਂ ਵਿੱਚ ਦਰਸਾਈਆਂ ਜਾਂਦੀਆਂ ਹਨ? ਇਹ ਤੁਸੀਂ ਇਹਨਾਂ ਦੇ ਆਪਸ਼ਨ ਹੈ ਸਥਲ ਆਕ੍ਰਿਤੀ ਨਕਸ਼ਿਆਂ ਵਿੱਚ, ਭੌਤਿਕ ਨਕਸ਼ਿਆਂ ਵਿੱਚ, ਰਾਜਨੀਤਿਕ ਨਕਸ਼ਿਆਂ ਵਿੱਚ, ਵੰਡ ਦਰਸਾਉਂਦੇ ਨਕਸ਼ਿਆਂ ਵਿੱਚ। ਦੂਜਾ ਕੁਐਸਚਨ ਆਪਣਾ, ਨਕਸ਼ਿਆਂ ਵਿੱਚ ਉੱਚੀਆਂ ਥਾਵਾਂ ਨੂੰ ਦਰਸਾਉਣ ਲਈ ਕਿਹੜੇ ਰੰਗ ਦਾ ਪ੍ਰਯੋਗ ਕੀਤਾ ਜਾਂਦਾ ਹੈ? ਨੀਲੇ ਰੰਗ ਦਾ, ਪੀਲੇ ਰੰਗ ਦਾ, ਚਿੱਟੇ ਰੰਗ ਦਾ ਅਤੇ ਭੂਰੇ ਰੰਗ ਦਾ। ਹਾਂਜੀ, ਜਿਹੜੇ ਦੋਨੇ ਕੁਐਸਚਨ ਹੈ ਇਹ ਜਿਹੜਾ ਮੈਂ ਪਿਛਲਾ ਲੈਸਨ ਕਰਾਇਆ ਸੀ ਚੌਥਾ, ਉਹਦੇ ਵਿੱਚ ਮੈਂ ਕਰਵਾਏ ਹੋਏ ਸੀ, ਉਹਦੇ ਵਿੱਚੋਂ ਹੀ ਮੈਂ ਕੁਐਸਚਨ ਲਏ ਆ। ਜੇ ਤੁਹਾਨੂੰ ਆਉਂਦੇ ਤਾਂ ਆਨਸਰ ਦੱਸਿਓ ਕਮੈਂਟ ਕਰਕੇ। ਜੇ ਨਹੀਂ ਆਉਂਦੇ ਤੁਸੀਂ ਪਹਿਲਾਂ ਚੌਥੇ ਲੈਸਨ ਦੀ, ਤੀਜੇ ਲੈਸਨ ਦੀ ਜਿਹੜੀ ਵੀਡੀਓ ਉਹ ਸਾਰੀਆਂ ਦੇਖਿਓ। ਉਹਦਾ ਵੀਡੀਓ ਦਾ ਜਿਹੜਾ ਲਿੰਕ ਆ ਉਹ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਜਾਊਗਾ। ਇਸ ਦੇ ਨਾਲ ਜਿਹੜੀ ਆਪਣੀ ਅੱਜ ਦੀ ਕਲਾਸ ਖਤਮ ਹੁੰਦੀ ਹੈ। ਜੇ ਤੁਹਾਨੂੰ ਕਲਾਸ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਮਿਲਦੇ ਹਾਂ ਨੈਕਸਟ ਵੀਡੀਓ 'ਚ। ਧੰਨਵਾਦ ਜੀ।